ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਇੱਕ ਬੜੀ ਦਿਲਚਸਪ ਗੱਲ ਹੈ ਕਿ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਬਜਟ ਸ਼ਬਦ ਕਿਤੇ ਵੀ ਨਹੀਂ ਲਿਖਿਆ ਹੋਇਆ। ਹੈਰਾਨੀ ਹੋਈ ਨਾ? ਇਹ ਉਹਨਾਂ ਬਹੁਤ ਸਾਰੀਆਂ ਜ਼ਰੂਰੀ ਗੱਲਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਅਸੀਂ ਅੱਜ ਕੇਂਦਰੀ ਬਜਟ 2026-27 ਦੇ ਇਸ ਵਿਸ਼ਲੇਸ਼ਣ ਵਿੱਚ ਸਮਝਾਂਗੇ। ਇਹ ਵਿਸ਼ਲੇਸ਼ਣ ਖਾਸ ਤੌਰ ਤੇ ਤੁਹਾਡੇ ਵਰਗੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਸਾਥੀਆਂ ਲਈ ਹੈ ਤਾਂ ਕਿ ਹਰ ਮਹੱਤਵਪੂਰਨ ਤੱਥ ਨੂੰ ਆਸਾਨੀ ਨਾਲ ਸਮਝਿਆ ਜਾ ਸਕੇ ਅਤੇ ਪ੍ਰੀਖਿਆ ਵਿੱਚ ਬਾਕੀਆਂ ਤੋਂ ਅੱਗੇ ਰਿਹਾ ਜਾ ਸਕੇ। ਆਓ ਦੇਖਦੇ ਹਾਂ ਕਿ ਇਸ ਬਜਟ ਦੀ ਪੂਰੀ ਕਹਾਣੀ ਨੂੰ ਆਪਾਂ ਕਿਵੇਂ ਸਮਝਾਂਗੇ। ਅਸੀਂ ਇਸ ਨੂੰ 5 ਸੌਖੇ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲਾਂ ਆਪਾਂ ਬਜਟ ਦੇ ਪਿੱਛੇ ਦੀ ਸੋਚ ਯਾਨੀ ਇਸ ਦੇ ਦ੍ਰਿਸ਼ਟੀਕੋਣ ਨੂੰ ਜਾਣਾਂਗੇ। ਫਿਰ ਦੇਸ਼ ਦੇ ਆਰਥਿਕ ਇੰਜਨ ਮਤਲਬ ਵਿਕਾਸ ਅਤੇ ਬੁਨਿਆਦੀ ਢਾਂਚੇ ਦੀ ਗੱਲ ਕਰਾਂਗੇ। ਉਸ ਤੋਂ ਬਾਅਦ ਭਵਿੱਖ ਤੇ ਯਾਨੀ ਲੋਕਾਂ ਅਤੇ ਸੇਵਾਵਾਂ ਤੇ ਧਿਆਨ ਦੇਵਾਂਗੇ। ਫਿਰ ਆਵੇਗਾ ਅੰਕੜਿਆਂ ਦਾ ਹਿੱਸਾ, ਵਿੱਤੀ ਗਣਿਤ ਅਤੇ ਅਖੀਰ ਵਿੱਚ ਪ੍ਰੀਖਿਆ ਲਈ ਸਭ ਤੋਂ ਜ਼ਰੂਰੀ ਨੁਕਤਿਆਂ ਨੂੰ ਦੁਹਰਾਵਾਂਗੇ। ਇਸ ਤਰ੍ਹਾਂ ਸਭ ਕੁਝ ਚੰਗੀ ਤਰ੍ਹਾਂ ਯਾਦ ਹੋ ਜਾਵੇਗਾ। ਆ ਦੇਖੋ, ਇਹ ਉਹੀ ਗੱਲ ਹੈ ਜੋ ਮੈਂ ਸ਼ੁਰੂ ਵਿੱਚ ਕਹੀ ਸੀ ਤੇ ਪ੍ਰੀਖਿਆ ਦੇ ਨਜ਼ਰੀਏ ਤੋਂ ਬਹੁਤ ਜ਼ਰੂਰੀ ਹੈ। ਜਿਸ ਨੂੰ ਆਪਾਂ ਆਮ ਬੋਲਚਾਲ ਵਿੱਚ ਬਜਟ ਕਹਿੰਦੇ ਹਾਂ, ਉਸ ਦਾ ਅਸਲ ਸੰਵਿਧਾਨਿਕ ਨਾਮ ਹੈ ਸਾਲਾਨਾ ਵਿੱਤੀ ਬਿਆਨ ਤੇ ਇਹ ਗੱਲ ਅਨੁਛੇਦ 112 ਵਿੱਚ ਲਿਖੀ ਹੋਈ ਹੈ। ਇੱਕ ਛੋਟੀ ਜਿਹੀ ਜਾਣਕਾਰੀ ਹੈ, ਪਰ ਇਹੀ ਛੋਟੀਆਂ ਗੱਲਾਂ ਪ੍ਰੀਖਿਆ ਵਿੱਚ ਤੁਹਾਨੂੰ ਵਾਧੂ ਅੰਕ ਦਿਵਾਉਂਦੀਆਂ ਨੇ। ਇਸ ਨੂੰ ਪੱਕਾ ਯਾਦ ਰੱਖਣਾ। ਤਾਂ ਫਿਰ ਇਸ ਸਾਲ ਦੇ ਬਜਟ ਦੀ ਰੂਹ ਕੀ ਹੈ? ਇਸ ਦਾ ਮੁੱਖ ਵਿਚਾਰ ਕੀ ਹੈ? ਇਹ ਕਰਤੱਵਯ ਦੀ ਧਾਰਨਾ ਦੇ ਆਲੇ-ਦੁਆਲੇ ਬਣਾਇਆ ਗਿਆ ਹੈ। ਮਤਲਬ ਕਿ ਸਰਕਾਰ ਇਸ ਨੂੰ ਸਿਰਫ ਇੱਕ ਹਿਸਾਬ-ਕਿਤਾਬ ਵਾਲਾ ਕਾਗਜ਼ ਨਹੀਂ ਮੰਨ ਰਹੀ, ਸਗੋਂ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦੇ ਆਪਣੇ ਫਰਜ਼ ਨੂੰ ਪੂਰਾ ਕਰਨ ਦਾ ਇੱਕ ਰਸਤਾ ਮੰਨ ਰਹੀ ਹੈ। ਹੁਣ ਇਸ ਕਰਤੱਵਯ ਪਦ ਦੇ 3 ਮੁੱਖ ਥੰਮ ਹਨ। ਪਹਿਲਾ, ਜੋ ਵਿਕਾਸ ਦੀ ਰਫ਼ਤਾਰ ਪਕੜੀ ਹੋਈ ਹੈ ਉਸ ਨੂੰ ਹੋਰ ਤੇਜ਼ ਕਰਨਾ। ਦੂਜਾ, ਦੇਸ਼ ਦੇ ਆਮ ਲੋਕਾਂ ਦੀਆਂ ਜੋ ਉਮੀਦਾਂ ਤੇ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨਾ। ਅਤੇ ਤੀਸਰਾ, ਜੋ ਸਭ ਤੋਂ ਜ਼ਰੂਰੀ ਹੈ, ਇਹ ਯਕੀਨੀ ਬਣਾਉਣਾ ਕਿ ਵਿਕਾਸ ਦਾ ਫਾਇਦਾ ਹਰ ਕਿਸੇ ਤੱਕ ਪਹੁੰਚੇ, ਕੋਈ ਵੀ ਪਿੱਛੇ ਨਾ ਰਹਿ ਜਾਵੇ, ਜਿਵੇਂ ਕਿ ਸਬਕਾ ਸਾਥ ਸਬਕਾ ਵਿਕਾਸ ਦੇ ਨਾਅਰੇ ਵਿੱਚ ਕਿਹਾ ਗਿਆ ਹੈ। ਇਸ ਵੱਡੇ ਦ੍ਰਿਸ਼ਟੀਕੋਣ ਨੂੰ ਜ਼ਮੀਨੀ ਪੱਧਰ ਤੇ ਲਿਆਉਣ ਲਈ ਬਜਟ ਨੇ 4 ਖਾਸ ਸਮੂਹਾਂ ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ। ਦੇਸ਼ ਦੇ ਨੌਜਵਾਨ, ਗਰੀਬ ਵਰਗ, ਔਰਤਾਂ ਅਤੇ ਸਾਡੇ ਕਿਸਾਨ, ਜਿਨ੍ਹਾਂ ਨੂੰ ਅੰਨਦਾਤਾ ਕਿਹਾ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਜੇ ਇਹ 4 ਥੰਮ ਮਜ਼ਬੂਤ ਹੋ ਗਏ ਤਾਂ ਪੂਰਾ ਦੇਸ਼ ਆਪਣੇ ਆਪ ਮਜ਼ਬੂਤ ਹੋ ਜਾਵੇਗਾ। ਠੀਕ ਹੈ, ਸੋਚ ਤਾਂ ਬਹੁਤ ਵਧੀਆ ਹੈ, ਪਰ ਇਹ ਸਭ ਹੋਵੇਗਾ ਕਿਵੇਂ? ਇਸ ਨੂੰ ਅਮਲ ਵਿੱਚ ਕਿਵੇਂ ਲਿਆਂਦਾ ਜਾਵੇਗਾ? ਇਸ ਦਾ ਜਵਾਬ ਹੈ ਦੇਸ਼ ਦੇ ਆਰਥਿਕ ਇੰਜਨ ਨੂੰ ਤੇਜ਼ ਕਰਕੇ, ਯਾਨੀ ਵਿਕਾਸ ਅਤੇ ਬੁਨਿਆਦੀ ਢਾਂਚੇ ਤੇ ਪੂਰਾ ਜ਼ੋਰ ਲਗਾ ਕੇ। ਜ਼ਰਾ ਇਸ ਅੰਕੜੇ ਤੇ ਗੌਰ ਕਰੋ, 12 ਲੱਖ ਕਰੋੜ रुपए। ਇਹ ਕੋਈ ਛੋਟੀ-ਮੋਟੀ ਰਕਮ ਨਹੀਂ ਹੈ। ਇਹ ਉਹ ਪੈਸਾ ਹੈ ਜੋ ਸਰਕਾਰ ਸੜਕਾਂ, ਪੁਲ, ਰੇਲਵੇ ਲਾਈਨਾਂ ਯਾਨੀ ਬੁਨਿਆਦੀ ਢਾਂਚੇ ਤੇ ਖਰਚ ਕਰ ਰਹੀ ਹੈ। ਤੇ ਇਸ ਗੱਲ ਨੂੰ ਸਮਝਣ ਲਈ ਇਹ ਪਿਛਲੇ 10 ਸਾਲਾਂ ਦੇ ਮੁਕਾਬਲੇ 6 ਗੁਣਾ ਜ਼ਿਆਦਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਦੇਸ਼ ਵਿੱਚ ਵੱਡੇ ਪੱਧਰ ਤੇ ਉਸਾਰੀ ਦਾ ਕੰਮ ਹੋਣ ਵਾਲਾ ਹੈ। ਇੱਥੇ ਸਰਕਾਰ ਦੀ ਸੋਚ ਵਿੱਚ ਇੱਕ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸਿਰਫ ਮਸ਼ੀਨਾਂ ਲਗਾ ਕੇ ਕੰਮ ਕਰਨ ਦੀ ਬਜਾਏ ਹੁਣ ਜ਼ੋਰ ਉਹਨਾਂ ਉਦਯੋਗਾਂ ਤੇ ਹੈ ਜਿੱਥੇ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ, ਜਿਵੇਂ ਕਿ ਕੱਪੜਾ ਉਦਯੋਗ। ਸੋਚ ਇਹ ਹੈ ਕਿ ਵਿਕਾਸ ਦਾ ਅਸਲ ਫਾਇਦਾ ਉਦੋਂ ਹੈ ਜਦੋਂ ਸਾਡੇ ਨੌਜਵਾਨਾਂ ਦੇ ਹੱਥਾਂ ਵਿੱਚ ਕੰਮ ਹੋਵੇ। ਮੇਕ ਇਨ ਇੰਡੀਆ ਨੂੰ ਹੋਰ ਅੱਗੇ ਵਧਾਉਣ ਲਈ ਬਜਟ ਨੇ ਕੁਝ ਬਹੁਤ ਹੀ ਖਾਸ ਖੇਤਰਾਂ ਤੇ ਧਿਆਨ ਦਿੱਤਾ ਹੈ। ਦੇਖੋ, ਅਸੀਂ ਸੈਮੀਕੰਡਕਟਰ ਮਿਸ਼ਨ 2.0 ਨਾਲ ਮੋਬਾਈਲ ਫੋਨਾਂ ਤੇ ਕੰਪਿਊਟਰਾਂ ਦੀਆਂ ਚਿੱਪਾਂ ਬਣਾਉਣ ਵੱਲ ਵਧ ਰਹੇ ਹਾਂ। ਬਾਇਓਫਾਰਮਾ ਮਿਸ਼ਨ ਨਾਲ ਦਵਾਈਆਂ ਦੇ ਖੇਤਰ ਵਿੱਚ ਆਤਮਨਿਰਭਰ ਹੋ ਰਹੇ ਹਾਂ ਤੇ ਇੱਥੋਂ ਤੱਕ ਕਿ ਦੁਰਲੱਭ ਧਰਤੀ ਚੁੰਬਕ ਵੀ ਬਣਾ ਰਹੇ ਹਾਂ। ਇਹ ਸਾਰੀਆਂ ਕੋਸ਼ਿਸ਼ਾਂ ਦੂਜੇ ਦੇਸ਼ਾਂ ਤੇ ਸਾਡੀ ਨਿਰਭਰਤਾ ਨੂੰ ਘਟਾਉਣ ਲਈ ਹਨ। ਅੱਛਾ, ਦੇਸ਼ ਦਾ ਢਾਂਚਾ ਤਾਂ ਮਜ਼ਬੂਤ ਹੋ ਰਿਹਾ ਹੈ, ਪਰ ਉਸ ਢਾਂਚੇ ਨੂੰ ਚਲਾਉਣ ਵਾਲੇ ਲੋਕਾਂ ਦਾ ਕੀ? ਤਾਂ ਹੁਣ ਗੱਲ ਕਰਦੇ ਹਾਂ ਸਾਡੇ ਸਭ ਤੋਂ ਕੀਮਤੀ ਸਰੋਤ, ਸਾਡੇ ਲੋਕਾਂ ਅਤੇ ਸੇਵਾ ਖੇਤਰ ਦੇ ਭਵਿੱਖ ਬਾਰੇ। ਇਹ ਲਾਈਨ ਬਹੁਤ ਕੁਝ ਕਹਿੰਦੀ ਹੈ। ਮੇਕ ਇਨ ਇੰਡੀਆ ਤੋਂ ਅੱਗੇ ਵਧ ਕੇ ਕ੍ਰੀਏਟ ਇਨ ਇੰਡੀਆ ਤੱਕ ਦਾ ਸਫ਼ਰ। ਇਸ ਦਾ ਮਤਲਬ ਹੈ ਕਿ ਹੁਣ ਸਿਰਫ ਚੀਜ਼ਾਂ ਬਣਾਉਣੀਆਂ ਹੀ ਨਹੀਂ, ਸਗੋਂ ਨਵੇਂ ਵਿਚਾਰ, ਨਵੀਂ ਟੈਕਨੀਕ, ਨਵੇਂ ਡਿਜ਼ਾਈਨ ਬਣਾਉਣੇ ਹਨ। ਇਸ ਨੂੰ ਔਰੇਂਜ ਇਕੋਨਮੀ ਜਾਂ ਕ੍ਰੀਏਟਰ ਇਕੋਨਮੀ ਵੀ ਕਿਹਾ ਜਾਂਦਾ ਹੈ, ਜਿੱਥੇ ਰਚਨਾਤਮਕਤਾ ਹੀ ਦੇਸ਼ ਨੂੰ ਅੱਗੇ ਲੈ ਕੇ ਜਾਂਦੀ ਹੈ। ਅਤੇ ਇਸ ਕ੍ਰੀਏਟ ਇਨ ਇੰਡੀਆ ਦੇ ਸੁਪਨੇ ਨੂੰ ਸੱਚ ਕਰਨ ਲਈ ਸਰਕਾਰ ਭਵਿੱਖ ਦੇ ਖੇਤਰਾਂ ਵਿੱਚ ਨਿਵੇਸ਼ ਕਰ ਰਹੀ ਹੈ। ਜ਼ਰਾ ਸੋਚ ਕੇ ਦੇਖੋ, ਸਾਡੇ ਸਕੂਲਾਂ ਵਿੱਚ ਬੱਚੇ ਗੇਮਾਂ ਬਣਾਉਣਾ ਤੇ ਐਨੀਮੇਸ਼ਨ ਸਿੱਖ ਰਹੇ ਹੋਣਗੇ। ਸਾਡੇ ਬਜ਼ੁਰਗਾਂ ਦੀ ਦੇਖਭਾਲ ਲਈ ਸਿਖਲਾਈ ਪ੍ਰਾਪਤ ਲੋਕ ਹੋਣਗੇ। ਦੁਨੀਆ ਭਰ ਦੇ ਲੋਕ ਇਲਾਜ ਲਈ ਭਾਰਤ ਆਉਣਗੇ। ਇਹ ਸਭ ਉਸੇ ਭਵਿੱਖ ਦੀ ਤਿਆਰੀ ਹੈ। ਚਲੋ ਹੁਣ ਗੱਲ ਕਰਦੇ ਹਾਂ
ਅੰਕੜਿਆਂ ਦੀ, ਜੋ ਕਿਸੇ ਵੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਲਈ ਸਭ ਤੋਂ ਜ਼ਰੂਰੀ ਹੁੰਦੇ ਹਨ। ਦੇਸ਼ ਦਾ ਹਿਸਾਬ-ਕਿਤਾਬ ਸਮਝਣਾ ਕਿ ਪੈਸਾ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ, ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਸਰਕਾਰ ਕੋਲ ਪੈਸਾ ਆਉਂਦਾ ਕਿੱਥੋਂ ਹੈ, ਅਤੇ ਇੱਥੇ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਜਿਸ ਤੇ ਧਿਆਨ ਦੇਣਾ ਜ਼ਰੂਰੀ ਹੈ। ਸਰਕਾਰ ਦੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ ਯਾਨੀ 34% ਉਧਾਰ ਤੋਂ ਆਉਂਦਾ ਹੈ। ਮਤਲਬ ਹਰ 100 ਰੁਪਏ ਵਿੱਚੋਂ 34 ਰੁਪਏ ਕਰਜ਼ਾ ਲਿਆ ਜਾਂਦਾ ਹੈ। ਬਾਕੀ ਪੈਸਾ ਇਨਕਮ ਟੈਕਸ, ਕਾਰਪੋਰੇਸ਼ਨ ਟੈਕਸ ਅਤੇ GST ਤੋਂ ਆਉਂਦਾ ਹੈ। ਤੇ ਪੈਸਾ ਜਾਂਦਾ ਕਿੱਥੇ ਹੈ? ਸਭ ਤੋਂ ਵੱਡਾ ਹਿੱਸਾ 22% ਰਾਜਾਂ ਨੂੰ ਉਹਨਾਂ ਦੇ ਟੈਕਸਾਂ ਦੇ ਹਿੱਸੇ ਵਜੋਂ ਵਾਪਸ ਚਲਾ ਜਾਂਦਾ ਹੈ। ਅਤੇ ਦੇਖੋ, ਦੂਜਾ ਸਭ ਤੋਂ ਵੱਡਾ ਖਰਚਾ 20% ਸਿਰਫ ਪਿਛਲੇ ਲਏ ਕਰਜ਼ਿਆਂ ਦਾ ਵਿਆਜ ਮੋੜ ਤੇ ਹੋ ਰਿਹਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੇ ਕਰਜ਼ੇ ਦਾ ਬੋਝ ਕਿੰਨਾ ਹੈ। ਹੁਣ ਗੱਲ ਕਰਦੇ ਹਾਂ ਵਿੱਤੀ ਘਾਟੇ ਦੀ। ਸੌਖੀ ਭਾਸ਼ਾ ਵਿੱਚ ਇਹ ਸਰਕਾਰ ਦੀ ਆਮਦਨ ਅਤੇ ਖਰਚੇ ਦਾ ਫਰਕ ਹੈ। ਅਤੇ ਇੱਥੇ ਇੱਕ ਚੰਗੀ ਖਬਰ ਹੈ, ਸਰਕਾਰ ਨੇ 4.4% ਦੇ ਟੀਚੇ ਤੋਂ ਵੀ ਬਿਹਤਰ ਕੰਮ ਕੀਤਾ ਹੈ ਅਤੇ ਘਾਟੇ ਨੂੰ GDP ਦੇ 4.3% ਤੇ ਲੈ ਆਂਦਾ ਹੈ। ਇਹ ਦੇਸ਼ ਦੀ ਵਿੱਤੀ ਸਿਹਤ ਲਈ ਇੱਕ ਚੰਗਾ ਸੰਕੇਤ ਹੈ। ਚਲੋ, ਹੁਣ ਤੱਕ ਜੋ ਵੀ ਆਪਾਂ ਸਮਝਿਆ ਹੈ ਉਸ ਦੇ ਸਭ ਤੋਂ ਜ਼ਰੂਰੀ ਨੁਕਤਿਆਂ ਤੇ ਇੱਕ ਤੇਜ਼ ਨਜ਼ਰ ਮਾਰਦੇ ਹਾਂ। ਇਹ ਸਲਾਈਡ ਤੁਹਾਡੀ ਆਖਰੀ ਮਿੰਟ ਦੀ ਰਿਵੀਜ਼ਨ ਲਈ ਹੈ, ਇਸ ਲਈ ਪੂਰਾ ਧਿਆਨ ਇੱਥੇ ਰੱਖਣਾ। ਇਹ 5 ਗੱਲਾਂ ਤਾਂ ਬਿਲਕੁਲ ਨਹੀਂ ਭੁੱਲਣੀਆਂ। ਪਹਿਲਾ, ਵਿੱਤੀ ਘਾਟਾ 4.3%। ਦੂਜਾ, ਕੈਪੈਕਸ ਯਾਨੀ ਬੁਨਿਆਦੀ ਢਾਂਚੇ ਤੇ ਖਰਚ 12 ਲੱਖ ਕਰੋੜ ਰੁਪਏ। ਤੀਜਾ, ਬਜਟ ਦਾ ਮੁੱਖ ਥੀਮ ਕਰਤੱਵਯ। ਚੌਥਾ, ਬਜਟ ਦਾ ਸੰਵਿਧਾਨਿਕ ਨਾਮ ਸਾਲਾਨਾ ਵਿੱਤੀ ਬਿਆਨ। ਅਤੇ ਪੰਜਵਾਂ, ਭਵਿੱਖ ਦੀ ਸੋਚ ਕ੍ਰੀਏਟ ਇਨ ਇੰਡੀਆ। ਇਹ 5 ਨੁਕਤੇ ਪ੍ਰੀਖਿਆ ਲਈ ਬਹੁਤ ਮਹੱਤਵਪੂਰਨ ਹਨ। ਤਾਂ ਆਖਿਰ ਵਿੱਚ ਸਵਾਲ ਇਹੀ ਉੱਠਦਾ ਹੈ ਕਿ ਇੱਕ ਪਾਸੇ ਤੇਜ਼ੀ ਨਾਲ ਵਿਕਾਸ ਕਰਨ ਦੀ ਇੱਛਾ ਅਤੇ ਦੂਜੇ ਪਾਸੇ ਆਪਣੇ ਖਰਚਿਆਂ ਨੂੰ ਕਾਬੂ ਵਿੱਚ ਰੱਖਣ ਦਾ ਅਨੁਸ਼ਾਸਨ, ਇਨ੍ਹਾਂ ਦੋਵਾਂ ਵਿੱਚ ਭਾਰਤ ਇੱਕ ਸੰਤੁਲਨ ਬਣਾ ਪਾਵੇਗਾ? ਇਸ ਦਾ ਜਵਾਬ ਤਾਂ ਆਉਣ ਵਾਲਾ ਸਮਾਂ ਹੀ ਦੇਵੇਗਾ। ਚੈਨਲ ਸਬਸਕ੍ਰਾਈਬ ਕਰੋ ਅੱਗੇ ਮਾਸਟਰ ਕੇਡਰ ਅਤੇ ਲੈਕਚਰਰ ਲਈ। ਯਾਦ ਰੱਖਣਾ, ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ, ਪਰ ਜੇ ਮਿਹਨਤ ਕਰਦੇ ਰਹੋ ਤਾਂ ਇੱਕ ਦਿਨ ਜ਼ਰੂਰ ਮਿਲਦੀ ਹੈ। ਲੱਗੇ ਰਹੋ।